हाँ जी सत श्री अकाल जी वेलकम बैक टू योर ओन चैनल स्टूडेंट इन जर्मनी। सो अज की वीडियो में आप डिस्कस करने वाले हैं इंटरव्यू सैक्शन। सो इंटरव्यू सैक्शन लैके स्टूडेंट के बहुत सारा डर होंदा। सो किसी भी कंट्री में जो अपलाई करना सो इंटरव्यू सैक्शन ज़्यादातर हो ही जाता है ना। लाइक अगर आप अमेरिका की गल करिए जां आप यूके की गल करिए जां यूरोपियन नेशन जिन्नियां भी स्टडी डेस्टिनेशन कंट्रीज आउंदियां ने सो इंटरव्यू फेस करनी जरूरी होंदी है ना। सो इंटरव्यू लाइक अगर जर्मनी की गल करिए सो 80% ਜਿਹੜੇ ਚਾਂਸਸ ਹੁੰਦੇ ਨੇ ਉਹ ਇੰਟਰਵਿਊ ਆ ਹੀ ਜਾਂਦਾ ਹੈ। ਸੋ 20% ਜਿਹੜੇ ਚਾਂਸਸ ਹੁੰਦੇ ਨੇ ਉਹ ਹੁੰਦੇ ਨੇ ਕਿ ਇੰਟਰਵਿਊ ਤੁਹਾਡਾ ਨਹੀਂ ਆਉਂਦਾ। ਸੋ ਕੁਝ ਕੁ ਗੱਲਾਂ ਕਰਕੇ ਲਾਈਕ ਤੁਸੀਂ ਯੂਨੀਵਰਸਿਟੀ ਦਾ ਕਰਕੇ ਸੋ ਕਿਸੇ ਯੂਨੀਵਰਸਿਟੀ ਦਾ ਕਰਕੇ ਇੰਟਰਵਿਊ ਆ ਸਕਦੀ ਆ। ਸੋ ਲਾਈਕ ਤੁਹਾਡੇ ਡਾਕੂਮੈਂਟ ਪ੍ਰੋਬਲਮ ਦਾ ਕਰਕੇ ਵੀ ਇੰਟਰਵਿਊ ਆ ਸਕਦੀ ਆ। ਸੋ ਜ਼ਰੂਰੀ ਨਹੀਂ ਕੋਈ ਪ੍ਰੋਬਲਮ ਹੋਵੇ ਬਟ ਅਗਰ ਅੰਬੈਸੀ ਨੂੰ ਲੱਗਦਾ ਹੋਵੇ ਹੈ ਨਾ ਕਿ ਇਹ ਸਟੂਡੈਂਟ ਜਿਹੜੀ ਇੰਟਰਵਿਊ ਲੈਣੀ ਚਾਹੀਦੀ ਹੈ ਸੋ ਇੰਟਰਵਿਊ ਆ ਹੀ ਜਾਂਦੀ ਹੈ ਨਾ। 80% ਜਿਹੜੇ ਚਾਂਸਸ ਹੁੰਦੇ ਨੇ ਉਹ ਇੰਟਰਵਿਊ ਆਉਣ ਦੇ ਹੀ ਹੁੰਦੇ ਨੇ ਹੈ ਨਾ। ਸੋ ਇਸ ਲਈ ਤੁਹਾਨੂੰ ਅਗਰ ਤੁਸੀਂ ਜਰਮਨੀ ਲਈ ਅਪਲਾਈ ਕਰ ਰਹੇ ਹੋ ਐਜ਼ ਅ ਸਟੂਡੈਂਟ ਸੋ ਤੁਹਾਨੂੰ ਪਹਿਲਾਂ ਹੀ ਜਿਹੜਾ ਪ੍ਰਪੇਅਰ ਹੋਣਾ ਜ਼ਰੂਰੀ ਆ ਇੰਟਰਵਿਊ ਦੇ ਲਈ ਕਿਉਂਕਿ ਕੁਝ ਵੀ ਹੋ ਸਕਦਾ ਹੈ ਨਾ। ਲੱਕਲੀ ਮੈਂ ਕੋਈ ਇੰਟਰਵਿਊ ਫੇਸ ਨਹੀਂ ਕੀਤੀ ਬਟ ਜਦੋਂ ਮੈਂ ਅਪਲਾਈ ਕੀਤਾ ਸੀ ਸੋ ਮੈਨੂੰ ਖੁਦ ਪ੍ਰੈਪਰੇਸ਼ਨ ਕਰਨੀ ਪਈ ਸੀ। ਸੋ ਕਿਹੜੇ ਕਿਹੜੇ ਕੁਐਸਚਨ ਸੀ ਸੋ ਮੈਂ ਉਹ ਵੀ ਡਿਸਕਸ ਕਰੂੰਗਾ ਹੈ ਨਾ। ਸੋ ਮੈਂ ਬਹੁਤ ਸਾਰੇ ਸਟੂਡੈਂਟ ਨਾਲ ਗੱਲ ਕੀਤੀ ਆ ਜਿਨ੍ਹਾਂ ਨੇ ਇੰਟਰਵਿਊ ਫੇਸ ਕੀਤੀ। ਸੋ ਉਹਨਾਂ ਦੇ ਇੰਟਰਵਿਊ ਸੈਕਸ਼ਨ ਨੂੰ ਲੈ ਕੇ ਸੋ ਤਾਂ ਕਰਕੇ ਫਿਰ ਮੈਂ ਉਹਦੀ ਜਿਹੜੀ ਆ ਇੱਕ ਲਿਸਟ ਤਿਆਰ ਕੀਤੀ ਹੈ। ਸੋ ਉਹ ਲਿਸਟ ਦੇ ਅਕੋਰਡਿੰਗ ਆਪਾਂ ਲਾਈਕ ਜ਼ਿਆਦਾ ਕੁਐਸਚਨ ਨਹੀਂ ਹੁੰਦੇ 8-9 ਕੁਐਸਚਨ ਹੁੰਦੇ ਆ। ਸੋ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ ਨਾ ਤੁਹਾਨੂੰ ਕੀ ਆਨਸਰਸ ਦੇਣੇ ਚਾਹੀਦੇ ਕੀ ਕ੍ਰੋਸ ਕੁਐਸਚਨਿੰਗ ਹੁੰਦੀ ਆ ਹੈ ਨਾ। ਸੋ ਥੈਂਕ ਯੂ ਫॉर ਵਾਚਿੰਗ ਸਟੂਡੈਂਟ ਇਨ ਜਰਮਨੀ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਤੁਹਾਡਾ ਫਰੈਂਡ ਸਰਕਲ ਜਾਂ ਤੁਹਾਡੇ ਨੋਨ ਦੇ ਵਿੱਚ ਜਾਂ ਤੁਹਾਡੇ ਕੋਈ ਵੀ ਰਿਲੇਟਿਵ ਜਿਹੜਾ ਸਟੂਡੈਂਟ ਵੀਜ਼ੇ ਤੇ ਜਰਮਨੀ ਆਉਣਾ ਚਾਹੁੰਦਾ ਸੋ ਉਹਦੇ ਲਈ ਹੈਲਪ ਹੋ ਸਕਦੀ ਹੈ ਨਾ। ਸੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸੋ ਫਸਟ ਕੁਐਸਚਨ ਜਿਹੜਾ ਆਉਂਦਾ ਆ ਉਹ ਹਰ ਇੰਟਰਵਿਊ 'ਚ ਦੁਨੀਆ ਦੀ ਹਰ ਇੰਟਰਵਿਊ 'ਚ ਇਹ ਕੁਐਸਚਨ ਆਉਂਦਾ ਈਵਨ ਕਿ ਚਾਹੇ ਤੁਸੀਂ ਕਿਸੇ ਜੌਬ ਲਈ ਜਾਓ ਈਵਨ ਕਿ ਚਾਹੇ ਤੁਸੀਂ ਐਜ਼ ਅ ਸਟੂਡੈਂਟ ਤੇ ਕਿਸੇ ਵੀ ਕੰਟਰੀ ਲਈ ਜਾਓ ਹੈ ਨਾ। ਸੋ ਇਹ ਹੁੰਦਾ ਜੀ ਇੰਟਰੋਡਿਊਸ ਯੋਰਸੈਲਫ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਆ ਸੋ ਇੰਟਰੋਡਿਊਸ ਕਰਨ ਦੇ ਵਿੱਚ ਜਦੋਂ ਤੁਸੀਂ ਜਰਮਨੀ ਦੀ ਆਪਾਂ ਗੱਲ ਕਰਾਂਗੇ ਸਿਰਫ ਓਨਲੀ ਹੈ ਨਾ। ਸੋ ਜਰਮਨੀ ਦੇ ਜਦੋਂ ਤੁਸੀਂ ਇੰਟਰਵਿਊ ਲਈ ਇੰਟਰਵਿਊ ਦੇਣੀ ਹੈ ਨਾ ਸੋ ਇੰਟਰੋਡਿਊਸ ਕਰਨਾ ਆਪਣੇ ਆਪ ਨੂੰ। ਸੋ ਆਪਣਾ ਨਾਮ ਦੱਸਣਾ ਆ। ਨਾਮ ਦੇ ਬਾਅਦ ਤੁਸੀਂ ਆਪਣੇ ਬਿਲੋਂਗ ਕਿੱਥੋਂ ਕਰਦੇ ਆ ਹੈ ਨਾ। ਪੰਜਾਬ ਤੋਂ ਬਿਲੋਂਗ ਕਰਦੇ ਆ ਸੋ ਇਹ ਨਾਰਥਰਨ ਪਾਰਟ ਇੰਡੀਆ ਦਾ ਹੈ ਨਾ। ਸੋ ਇਹ ਚੀਜ਼ਾਂ ਦੱਸ ਸਕਦੇ ਆ। ਸੋ ਆਪਣੀ ਸਟੱਡੀ ਉਸ ਤੋਂ ਬਾਅਦ ਆਪਣੀ ਫੈਮਿਲੀ ਬਾਰੇ ਕੁਛ ਨਹੀਂ ਦੱਸਣਾ। ਤੁਸੀਂ ਇਹ ਦੱਸਣਾ ਕਿ ਮੈਂ ਇਹ ਸਟੱਡੀ ਕੀਤੀ ਆ ਸੋ ਮੈਂ ਇਹ ਜੌਬ ਕਰਦਾ ਆ ਹੈ ਨਾ ਜਾਂ ਮੈਂ ਇਹ ਜੌਬ ਕਰਦਾ ਸੀ ਜਾਂ ਕਰਦੀ ਸੀ। ਸੋ ਬਸ ਇੰਟਰਵਿਊ ਜਿਹੜੀ ਇੰਟਰੋਡਕਸ਼ਨ ਹੈ ਉਹ ਸ਼ਾਰਟ ਰੱਖੋ ਜੋ ਜ਼ਿਆਦਾ ਬੈਟਰ ਹੈ ਨਾ। ਸੋ ਦੂਸਰਾ ਕੁਐਸਚਨ ਤੁਹਾਨੂੰ ਆ ਸਕਦਾ ਆ ਕਿ ਤੁਸੀਂ ਵਾਈ ਯੂ ਚੂਜ਼ ਜਰਮਨੀ ਤੁਸੀਂ ਜਰਮਨੀ ਹੀ ਕਿਉਂ ਚੂਜ਼ ਕੀਤਾ ਹੈ ਨਾ। ਸੋ ਤੁਸੀਂ ਉਹਦੇ ਵਿੱਚ ਤੁਸੀਂ ਜਰਮਨੀ ਨੂੰ ਲੈ ਕੇ ਇਹ ਕਹਿ ਸਕਦੇ ਆ ਕਿ ਜਰਮਨੀ ਜਿਹੜਾ ਵਰਲਡ ਵਾਈਡ ਰੈਕਗਨਾਈਜ਼ਡ ਯੂਨੀਵਰਸਿਟੀਜ਼ ਹੈਗੀਆਂ ਹੈ ਨਾ ਜਰਮਨੀ ਦੇ ਵਿੱਚ। ਸੋ ਜ਼ਿਆਦਾਤਰ ਇੱਥੇ ਜਿਹੜੀਆਂ ਯੂਨੀਵਰਸਿਟੀਜ਼ ਆ ਫ੍ਰੀ ਆਫ ਕਾਸਟ ਨੇ ਹੈ ਨਾ। ਸੋ ਲਾਈਕ ਤੁਸੀਂ ਜਰਮਨੀ ਨੂੰ ਪ੍ਰੇਸ ਕਰ ਸਕਦੇ ਹੈ ਨਾ ਕਿ ਇੱਥੇ ਜਿਹੜੀਆਂ ਆ ਇੰਟਰਨਸ਼ਿਪ ਜਿਹੜੀਆਂ ਵਿਦ ਸਟੱਡੀ ਮਿਲ ਜਾਂਦੀ ਆ ਉਹ ਬਹੁਤ ਸੌਖੀ ਹੁੰਦੀ ਆ ਹੈ ਨਾ। ਸੋ ਲਾਈਕ ਪ੍ਰੇਸ ਕਰਨੀ ਹੁੰਦੀ ਹੈ ਤੁਸੀਂ ਹੈ ਨਾ ਜਰਮਨੀ ਦੇ ਲਈ ਹੈ ਨਾ ਕੁਛ ਵੀ। ਸੋ ਅਗਰ ਉਹ ਤੁਹਾਨੂੰ ਇਹਦੇ ਵਿੱਚ ਇਹ ਵੀ ਕਹਿ ਸਕਦੇ ਆ ਕਿ ਤੁਸੀਂ ਲਾਈਕ ਕੈਨੇਡਾ ਆਸਟ੍ਰੇਲੀਆ ਲਾਈਕ US ਕਿਉਂ ਨਹੀਂ ਚੁਣਿਆ ਜਾਂ UK ਕਿਉਂ ਨਹੀਂ ਚੁਣਿਆ। ਸੋ ਉਹਦੇ ਵਿੱਚ ਅਗਰ ਤੁਹਾਨੂੰ ਕੈਨੇਡਾ ਦੀ ਜਾਂ USA ਦੀ ਗੱਲ ਕਰੀਏ ਸੋ ਉਹਦੇ ਲਾਈਕ ਇਹ ਕੋਈ ਵੀਡੀਓ ਦੇਖ ਕੇ ਕੋਈ ਨੈਗੇਟਿਵ ਵੇ ਨਾ ਲੈ ਕੇ ਜਾਇਓ ਕਿ ਕੈਨੇਡਾ ਦੀ ਬੁਰਾਈ ਆ ਜਾਂ USA ਦੀ ਬੁਰਾਈ ਆ। ਸੋ ਆਪਾਂ ਜਦੋਂ ਆਪਾਂ ਇੰਟਰਵਿਊ ਫੇਸ ਕਰਨੀ ਜਰਮਨੀ ਦੀ ਸੋ ਆਪਾਂ ਜਰਮਨੀ ਨੂੰ ਹੀ ਸਭ ਤੋਂ ਵਧੀਆ ਕਹਿਣਾ ਆ। ਲਾਈਕ ਜਦੋਂ ਆਪਾਂ ਕੈਨੇਡਾ ਦੇ ਕੰਪੈਰੀਜ਼ਨ ਕਰਨਾ ਸੋ ਕੈਨੇਡਾ ਦੇ ਕੰਪੈਰੀਜ਼ਨ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਉੱਥੇ ਲਾਈਕ ਜਿਹੜੀ ਵੈਦਰ ਕੰਡੀਸ਼ਨ ਉਹ ਐਕਸਟ੍ਰੀਮ ਹੈਗੀ ਆ ਹੈ ਨਾ। ਸੋ ਕਿ ਮੈਂ ਉੱਦਾਂ ਦੇ ਵੈਦਰ ਵਿੱਚ ਨਹੀਂ ਰਹਿ ਸਕਦਾ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਉੱਥੇ ਮਾਸਟਰ ਜਾਂ ਬੈਚਲਰ ਪ੍ਰੋਗਰਾਮ ਨੇ ਉਹ ਬਹੁਤ ਮਹਿੰਗੇ ਨੇ ਬਹੁਤ ਕਾਸਟਲੀ ਨੇ ਐਜ਼ ਕੰਪੇਅਰ ਟੂ ਲਾਈਕ ਜਰਮਨੀ ਹੈ ਨਾ। ਸੋ ਅਗਰ USA ਦੀ ਗੱਲ ਕਰੀਏ USA 'ਚ ਤੁਸੀਂ ਇਹ ਕਹਿ ਸਕਦੇ ਆ ਕਿ ਇਹਦਾ ਲਾਈਕ ਇਹ ਕਿ ਇਹਦੇ ਜਿਹੜੀ ਐਕਸਪੈਂਸਿਸ ਨੇ ਹੈ ਨਾ ਬਹੁਤ ਜ਼ਿਆਦਾ ਕਾਸਟਲੀ ਨੇ। ਸੋ ਲਾਈਕ ਕ੍ਰਾਈਮ ਰੇਟ ਬਹੁਤ ਜ਼ਿਆਦਾ ਆ। ਸੋ ਮਤਲਬ ਕਿ ਆਪਾਂ ਜਿਹੜੀ ਉਹ ਨੈਗੇਟਿਵ ਵੇਸ ਨਾਲ ਇਹ ਕੰਟਰੀ ਲੈ ਕੇ ਜਾਣੀ ਆ ਜਾਂ ਜਿਹੜੀ ਉਹਨਾਂ ਨੇ ਕੰਪੈਰੀਜ਼ਨ ਲਈ ਕਹਿਤਾ ਸੋ ਆਪਾਂ ਜਰਮਨੀ ਨੂੰ ਉੱਪਰ ਲੈ ਕੇ ਜਾਣਾ ਹੈ ਨਾ। ਸੋ ਅਗਰ ਆਸਟ੍ਰੇਲੀਆ ਦੀ ਜਾਂ ਨਿਊਜ਼ੀਲੈਂਡ ਦੀ ਗੱਲ ਕਰਦੇ ਸੋ ਉਹਦੇ ਵਿੱਚ ਵੀ ਤੁਸੀਂ ਇਹੀ ਕਹਿਣਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਜ਼ਿਆਦਾਤਰ ਡਿਪਲੋਮਾ ਪ੍ਰੋਗਰਾਮਸ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਸੋ ਬੈਚਲਰਸ ਜਿਹੜੀ ਆ ਉੱਥੇ ਜ਼ਿਆਦਾ ਨਹੀਂ ਕਾਲਜਸ ਪ੍ਰੋਵਾਈਡ ਕਰਵਾਉਂਦੇ। ਸੋ ਇਹ ਚੀਜ਼ਾਂ ਕਹਿ ਸਕਦੇ ਆ ਹੈ ਨਾ ਤੁਸੀਂ। ਅਗਰ ਉਹਨਾਂ ਨੇ ਇਹ ਕਹਿਤਾ ਕਿ ਜਰਮਨੀ 'ਚ ਤੁਸੀਂ ਜਰਮਨੀ ਹੀ ਕਿਉਂ ਚੂਜ਼ ਕੀਤਾ ਯੂਰਪ ਦੀ ਕੋਈ ਹੋਰ ਕੰਟਰੀ ਕਿਉਂ ਨਹੀਂ ਯੂਜ਼ ਕੀਤੀ ਹੈ ਨਾ। ਕਿਉਂਕਿ ਅਗਰ ਤੁਸੀਂ ਬਾਕੀ ਕੰਟਰੀਆਂ ਦਾ ਸਾਰਾ ਕੁਝ ਦੱਸਦਾ ਅਗਰ ਉਹ ਇਹ ਕਹਿ ਸਕਦੇ ਕਿ ਤੁਸੀਂ ਯੂਰਪੀਅਨ ਨੇਸ਼ਨ ਦੀ ਕੋਈ ਹੋਰ ਕੰਟਰੀ ਕਿਉਂ ਨਹੀਂ ਚੂਜ਼ ਕੀਤੀ ਲਾਈਕ ਇਟਲੀ ਨਹੀਂ ਕੀਤੀ ਹੈ ਨਾ ਲਾਈਕ ਫਰਾਂਸ ਨਹੀਂ ਕੀਤੀ
ਐਂਡ ਡੈਨਮਾਰਕ ਸਵੀਡਨ ਕਿਉਂ ਨਹੀਂ ਕੀਤੀ, ਹੈ ਨਾ। ਸੋ ਇਹ ਕੰਟਰੀ ਕਿਉਂ ਨਹੀਂ ਚੂਜ਼ ਕੀਤੀ। ਸੋ ਤੁਸੀਂ ਉਹਦੇ ਵਿੱਚ ਵੀ ਇਹ ਕਹਿ ਸਕਦੇ ਆ ਕਿ ਜਿਹੜੀਆਂ ਉਹ ਕੰਟਰੀਜ਼ ਨੇ ਉਹਦੇ ਵਿੱਚ ਜਿਹੜਾ ਲੈਂਗੁਏਜ ਬੈਰੀਅਰ ਥੋੜਾ ਜ਼ਿਆਦਾ ਆ। ਜਰਮਨੀ ਦੇ ਵਿੱਚ ਲਾਈਕ ਇੰਗਲਿਸ਼ ਬੋਲੀ ਜਾਂਦੀ ਆ, ਇੰਗਲਿਸ਼ ਸਮਝੀ ਜਾਂਦੀ ਆ, ਹੈ ਨਾ, ਇੰਗਲਿਸ਼ ਪੜ੍ਹਾਈ ਜਾਂਦੀ ਆ, ਹੈ ਨਾ। ਸੋ ਇਹ ਚੀਜ਼ ਕਹਿ ਸਕਦੇ ਆ ਤੁਸੀਂ। ਥਰਡ ਕੁਐਸਚਨ ਆਪਣੇ ਤੋਂ ਆ ਜਾਂਦਾ ਹੈ ਕਿ ਉਹਨਾਂ ਨੇ ਇਹ ਪੁੱਛਣਾ ਕਿ ਤੁਸੀਂ ਵਾਈ ਯੂ ਚੂਜ਼ ਦਿਸ ਕੋਰਸ, ਹੈ ਨਾ, ਕਿ ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ। ਸੋ ਤੁਸੀਂ ਉਹ ਕੋਰਸ ਬਾਰੇ, ਆਪਣੇ ਕੋਰਸ ਬਾਰੇ ਜ਼ਰੂਰ ਪੜ੍ਹੋ ਕਿ ਤੇ ਫਿਰ ਉਹਦੇ ਤੋਂ ਇਹ ਦੱਸੋ, ਇਹ ਜ਼ਰੂਰ ਪੜ੍ਹੋ ਕਿ ਇਸ ਕੋਰਸ ਤੋਂ ਬਾਅਦ ਤੁਹਾਨੂੰ ਕੀ ਕੀ ਸਕੋਪ ਆ, ਹੈ ਨਾ, ਤੁਹਾਡੇ ਜਿਹੜੇ ਫਿਊਚਰ ਲਈ ਕੀ ਕੀ ਸਕੋਪ ਆ, ਕੀ ਜੌਬ ਓਪਰਚੁਨਿਟੀਜ਼ ਮਿਲਦੀਆਂ, ਹੈ ਨਾ। ਸੋ ਤੁਸੀਂ ਅਗਰ MBA ਚੂਜ਼ ਕੀਤਾ ਜਾਂ ਕੋਈ ਵੀ ਕੋਰਸ ਚੂਜ਼ ਕੀਤਾ ਤਾਂ ਸੋ ਤੁਸੀਂ ਉਹਦਾ ਆਨਸਰ ਇਹ ਦੇ ਸਕਦੇ ਹੋ ਕਿ ਇਹ ਕੋਰਸ ਸਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲਾ ਆ, ਕਿ ਇਹ ਮੈਂ ਆਲਰੇਡੀ ਪਹਿਲਾਂ ਹੀ ਬਹੁਤ ਇਹਦੇ ਬਾਰੇ ਰਿਸਰਚ ਕੀਤਾ ਸੀ ਨਾ, ਮੈਂ ਡਿਫਰੈਂਟ ਕਾਈਂਡ ਆਫ ਕੋਰਸ ਰਿਸਰਚ ਕੀਤੇ ਸੀ। ਫਿਰ ਇਸ ਤੋਂ ਬਾਅਦ ਮੈਂ ਫਾਈਨਲੀ ਇਹ ਕੋਰਸ ਸਿਲੈਕਟ ਕੀਤਾ ਆ। ਸੋ ਇਸ ਆਫਟਰ ਦਿਸ ਕੋਰਸ ਸੋ ਮੈਨੂੰ ਬਹੁਤ ਸਾਰੀਆਂ ਓਪਰਚੁਨਿਟੀਜ਼ ਮਿਲ ਜਾਣਗੀਆਂ ਮੈਨੂੰ ਆਪਣੀ ਕੰਟਰੀ ਦੇ ਵਿੱਚ ਵਾਪਸ ਆਣ ਕੇ, ਹੈ ਨਾ। ਸੋ ਇਹ ਆਪਾਂ ਜ਼ਰੂਰ ਕਹਿਣਾ ਕਿ ਅਸੀਂ ਵਾਪਸ ਜ਼ਰੂਰ ਆਉਣਾ ਹੈਗਾ, ਹੈ ਨਾ। ਲਾਈਕ ਸੋ ਆਪਾਂ ਆਪਣੀ ਲਾਈਕ ਕੰਟਰੀ ਦੇ ਵਿੱਚ ਉਸ ਕੋਰਸ ਦੇ ਨਾਲ ਰਿਲੇਟਡ ਜਿੰਨੀਆਂ ਵੀ ਕੰਪਨੀਜ਼ ਨੇ, ਹੈ ਨਾ, ਉਹਨਾਂ ਬਾਰੇ ਥੋੜਾ ਬਹੁਤਾ ਲਾਈਕ ਪੜ੍ਹ ਲੈਣਾ ਹੈਗਾ, ਹੈ ਨਾ, ਕਿ ਇਹ ਕੰਪਨੀਆਂ ਇਹ ਜੌਬ ਪ੍ਰੋਵਾਈਡ ਕਰਵਾਉਂਦੀਆਂ ਨੇ, ਹੈ ਨਾ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਮੈਨੂੰ ਇਸ ਕੋਰਸ ਤੋਂ ਬਾਅਦ ਇੰਡੀਆ ਦੇ ਵਿੱਚ ਹੀ ਇਹ ਕੰਪਨੀ 'ਚ ਜੌਬ ਮਿਲ ਜੂਗੀ। ਸੋ ਇਹ ਕੰਪਨੀ ਵਿੱਚ ਅਗਰ ਸੈਲਰੀਜ਼ ਦੀ ਗੱਲ ਕਰੀਏ ਬਹੁਤ ਵਧੀਆ ਸੈਲਰੀਜ਼ ਪੈਕੇਜ ਹੁੰਦੇ ਨੇ, ਹੈ ਨਾ। ਸੋ ਇਸ ਕਰਕੇ, ਹੈ ਨਾ, ਮੈਂ ਇਹ ਕੋਰਸ ਚੂਜ਼ ਕੀਤਾ ਆ। ਸੋ ਆਪਣੇ ਕੋਰਸ ਨੂੰ ਜ਼ਰੂਰ ਪੜ੍ਹੋ ਤੇ ਮੋਡਿਊਲ ਪੁੱਛ ਸਕਦੇ ਨੇ ਕਿਹੜੇ ਕਿਹੜੇ ਮੋਡਿਊਲਸ ਨੇ, ਉਹ ਕਿੰਨੇ ਸਮੈਸਟਰ ਨੇ, ਕਿੰਨੇ ਚਿਰ ਦਾ ਕੋਰਸ ਹੈ, ਡਿਊਰੇਸ਼ਨ ਪੁੱਛ ਸਕਦੇ ਨੇ। ਫਿਰ ਫੋਰਥ ਕੁਐਸਚਨ ਤੁਹਾਡੇ ਤੋਂ ਇਹ ਆ ਜਾਂਦਾ ਕਿ ਤੁਹਾਡੀ ਜਿਹੜੀ ਸਟੱਡੀ ਆ ਇਹਨੂੰ ਫਾਈਨੈਂਸ਼ੀਅਲੀ ਸਪੋਰਟ ਕੌਣ ਕਰ ਰਿਹਾ ਹੈਗਾ, ਹੈ ਨਾ। ਇਹ ਬਹੁਤ ਇੰਪੋਰਟੈਂਟ ਆ, ਇਹ ਤੁਹਾਨੂੰ ਉਹਨਾਂ ਨੇ ਪੁੱਛਣਾ ਹੀ ਪੁੱਛਣਾ ਆ ਕਿ ਤੁਹਾਡੀ ਸਟੱਡੀ ਨੂੰ ਜਿਹੜਾ ਆ ਸਪੋਰਟ ਕੌਣ ਕਰ ਰਿਹਾ, ਹੈ ਨਾ। ਸੋ ਇਨ ਮਾਈ ਕੇਸ, ਸੋ ਮੇਰੇ ਕੇਸ ਦੇ ਵਿੱਚ ਮੈਂ ਆਪਣੇ ਬ੍ਰਦਰ ਨੂੰ ਲਾਈਕ ਆਪਣਾ ਫਾਈਨੈਂਸ਼ੀਅਲ ਸਪੋਰਟਰ ਬਣਾਇਆ ਸੀ। ਸੋ ਉਹਨਾਂ ਦੇ ਲਾਈਕ ਸੈਲਰੀ ਸਲਿੱਪ ਲੱਗੀਆਂ ਸੀ, ਉਹਨਾਂ ਦੇ ਲਾਈਕ ਜੌਬ ਦੀਆਂ ਸੈਲਰੀ ਸਲਿੱਪ ਲੱਗੀਆਂ ਸੀ, ਹੈ ਨਾ। ਮੇਰੇ ਬ੍ਰਦਰ ਜਿੱਦਾਂ ਬਾਹਰ ਨੇ, ਸੋ ਉਹਨਾਂ ਦਾ ਵੀਜ਼ਾ ਲੱਗਾ ਸੀ, ਕੰਪਨੀ ਦਾ ਉਹਨਾਂ ਦਾ ਸਾਰਾ ਕੁਝ, ਮਤਲਬ ਕਿ ਡਾਕੂਮੈਂਟ ਪ੍ਰੋਪਰ ਲੱਗੇ ਹੋਏ ਸੀ, ਹੈ ਨਾ। ਸੋ ਇੰਟਰਵਿਊ ਦੇ ਵਿੱਚ ਉਹ ਪੁੱਛ ਸਕਦੇ ਆ ਕਿ ਤੁਹਾਨੂੰ ਲਾਈਕ ਕੌਣ ਸਪੋਂਸਰ ਕਰ ਰਿਹਾ। ਸੋ ਤੁਸੀਂ ਆਪਣੇ ਲਾਈਕ ਅਗਰ ਮਦਰ ਦੇ ਲਾਉਣੇ ਜਾਂ ਫਾਦਰ ਦੇ ਲਾਉਣੇ ਆ, ਸੋ ਸਾਰੇ ਡਾਕੂਮੈਂਟ ਜਿਹੜੇ ਪ੍ਰੋਪਰ ਫਾਈਲ ਦੇ ਵਿੱਚ ਲੱਗੇ ਆ ਉਹਦੇ ਅਕੋਰਡਿੰਗ ਹੀ ਦੱਸਣਾ ਆ, ਉਹਦੇ ਅਕੋਰਡਿੰਗ ਹੀ ਤੁਸੀਂ ਲਾਈਕ ਬੋਲਣਾ ਹੈ ਕਿ ਮੇਰੇ ਫਾਦਰ ਇਹ ਜੌਬ ਕਰਦੇ ਨੇ ਜਾਂ ਇਹ ਬਿਜ਼ਨਸ ਕਰ ਰਹੇ ਨੇ, ਹੈ ਨਾ, ਜਾਂ ਮੇਰੇ ਮਦਰ ਦਾ ਇਹ ਬਿਜ਼ਨਸ ਆ। ਸੋ ਦੋਨੇ ਰਲ ਕੇ ਮੈਨੂੰ ਜਿਹੜੇ ਆ ਉਹ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਆ, ਹੈ ਨਾ। ਸੋ ਇਹ ਚੀਜ਼ਾਂ ਤੁਸੀਂ ਦੱਸ ਸਕਦੇ ਆ। ਸੋ ਹੋਰ ਕੁਐਸਚਨ ਦੀ ਗੱਲ ਕਰੀਏ, ਸੋ ਪੰਜਵਾਂ ਕੁਐਸਚਨ ਉਹਨਾਂ ਨੇ ਲਾਈਕ ਇਹ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਤੁਸੀਂ ਜਿਹੜੀ ਆਪਣੀ ਫਾਈਲ ਆ ਇਹ ਕਿੱਥੋਂ ਲਗਵਾਈ ਆ, ਤੁਹਾਡੀ ਐਡਮਿਸ਼ਨ ਲੈਣ ਦੇ ਵਿੱਚ ਕੌਣ ਹੈਲਪ ਕਰ ਰਿਹਾ ਹੈਗਾ, ਹੈ ਨਾ। ਸੋ ਇਹ ਚੀਜ਼ਾਂ ਉਹ ਤੁਹਾਡੇ ਤੋਂ ਪੁੱਛ ਸਕਦੇ ਆ। ਸੋ ਇਹਦੇ ਵਿੱਚ ਤੁਸੀਂ ਕਿਸੇ ਏਜੰਟ ਦਾ ਨਾਮ ਨਹੀਂ ਲੈਣਾ। ਸੋ ਤੁਸੀਂ ਇਹ ਕਹਿਣਾ ਕਿ ਜਿਹੜੀ ਫਾਈਲ ਆ ਇਹ ਮੈਂ ਖੁਦ ਲਗਵਾਈ ਆ। ਸੋ ਅਗਰ ਮੈਂ ਹੈਲਪ ਦੀ ਗੱਲ ਕਰਾਂ, ਸੋ ਮੈਂ ਜਿਹੜੀ ਹੈਲਪ ਲਈ ਆ ਜੀ ਉਹ ਮੈਂ india.diplo.de ਤੋਂ ਲਈ ਆ, ਹੈ ਨਾ। ਸੋ ਉਹਦੇ ਤੋਂ ਮੈਂ ਅਰੇਂਜ ਡਾਕੂਮੈਂਟ ਕਿੱਦਾਂ ਅਰੇਂਜ ਕਰਨੇ, ਸੋ ਉਹ ਚੀਜ਼ਾਂ ਦੇਖੀਆਂ ਆ india.diplo.de, ਹੈ ਨਾ। ਸੋ ਉਹ ਚੀਜ਼ਾਂ ਤੁਸੀਂ ਦੱਸ ਸਕਦੇ ਆ। ਸੋ ਨੈਕਸਟ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਜਿਹੜਾ ਤੁਹਾਡਾ ਕੋਰਸ ਆ, ਸੋ ਇਸ ਦੇ ਡਿਊਰੇਸ਼ਨ ਵਿੱਚ, ਸੋ ਅਗਰ ਤੁਹਾਨੂੰ ਕੰਮ ਕਰਨ ਦਾ ਕੋਈ ਚਾਂਸ ਮਿਲਦਾ, ਹੈ ਨਾ, ਜਰਮਨੀ 'ਚ, ਸੋ ਤੁਸੀਂ ਉੱਥੇ ਜਾ ਕੇ ਕੰਮ ਕਰੋਗੇ ਜਾਂ ਨਹੀਂ ਕਰੋਗੇ। ਸੋ ਉਹਦੇ ਤੁਸੀਂ ਇਹ ਆਨਸਰ ਦੇਣਾ ਆ ਕਿ ਜਿਹੜਾ ਜੇਕਰ ਮੈਨੂੰ ਕੋਈ ਕੰਮ ਮਿਲਦਾ ਆ ਮੈਂ ਉਹ ਕੰਮ ਜ਼ਰੂਰ ਕਰੂੰਗਾ, ਬਟ ਅਗਰ ਮੈਨੂੰ ਲਾਈਕ ਮੈਂ ਪਾਰਟ ਟਾਈਮ 80 ਆਵਰਸ ਵਰਕ ਕਰ ਸਕਦਾ, ਹੈ ਨਾ, 1 ਮੰਥ ਦੇ ਵਿੱਚ, ਹੈ ਨਾ, 80 ਆਵਰਸ ਵਰਕ ਕਰ ਸਕਦਾ। ਸੋ ਮੈਂ ਲਾਈਕ ਉਸ ਦੇ ਲਾਈਕ ਏਰੀਆ ਦੇ ਵਿੱਚ ਰਹਿ ਕੇ 80 ਆਵਰ ਦੇ ਘੰਟੇ ਦੇ ਜੇ ਮੈਂ ਕੰਮ ਕਰੂੰਗਾ, ਬਟ ਜੇ ਉਹ ਅਫੈਕਟ ਕਰਦਾ ਔਨ ਮਾਈ ਸਟੱਡੀ ਫਿਰ ਮੈਂ ਉਹ ਜੌਬ ਨਹੀਂ ਕਰੂੰਗਾ, ਕਿਉਂਕਿ ਮੈਂ ਉੱਥੇ ਐਜ਼ ਅ ਸਟੂਡੈਂਟ ਜਾ ਰਿਹਾ ਆ, ਐਜ਼ ਅ ਆਪਣੀ ਸਟੱਡੀ ਨੂੰ ਪ੍ਰੈਫਰੈਂਸ ਦਊਂਗਾ। ਸੋ ਮੈਂ ਆਪਣੀ ਸਟੱਡੀ ਤੇ ਕੁਝ ਵੀ ਜੇ ਮੇਰੀ ਸਟੱਡੀ ਤੇ ਇਫੈਕਟ ਕਰਦਾ ਹੈ, ਸੋ ਮੈਂ ਉਹਨੂੰ ਲਾਈਕ ਆਪਣੇ ਕੰਮ ਨਹੀਂ ਕਰੂੰਗਾ, ਹੈ ਨਾ। ਸੋ ਇਹ ਚੀਜ਼ਾਂ ਦੱਸ ਸਕਦੇ ਆ। ਸੋ ਨੈਕਸਟ ਥਿੰਗ ਅਗਰ ਗੱਲ ਕਰੀਏ, ਸੋ ਉਹ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਅਗਰ ਤੁਹਾਨੂੰ ਜਰਮਨੀ ਦੇ ਵਿੱਚ ਜੌਬ ਮਿਲਦੀ ਆ, ਹੈ ਨਾ, ਸੋ ਤੁਸੀਂ ਉੱਥੇ ਪੱਕੇ ਰਹਿਣਾ ਚਾਹੋਗੇ ਜਾਂ ਨਹੀਂ ਚਾਹੋਗੇ, ਹੈ ਨਾ। ਸੋ ਤੁਸੀਂ ਉਹਦੇ ਵਿੱਚ ਇਹ ਆਨਸਰ ਦੇ ਸਕਦੇ ਆ ਕਿ ਜਿਹੜੀ ਮੇਰੀ ਫੈਮਿਲੀ ਉਹ ਪੂਰੀ ਇੱਥੇ ਆ, ਹੈ ਨਾ।
ਸੋ ਮੈਨੂੰ ਲਾਈਕ ਮੈਂ ਉੱਥੇ ਨਹੀਂ ਰਹਿ ਸਕਦਾ। ਅਗਰ ਜੋਬ ਮਿਲਦੀ ਆ ਫਿਰ ਵੀ ਮੈਂ ਲਾਈਕ ਉੱਥੋਂ ਵਾਪਸ ਆ ਜਾਊਂਗਾ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਮਿਲਦੀਆਂ ਪਈਆਂ ਨੇ, ਹਨਾ। ਸੋ ਤੁਸੀਂ ਉਹ ਚੀਜ਼ਾਂ ਦੱਸ ਸਕਦੇ ਆ। ਸੋ ਅਗਲੀ ਗੱਲ ਕਰੀਏ, ਸੋ ਉਹ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਜੇਕਰ ਤੁਸੀਂ ਆਪਣੀ ਫੈਮਿਲੀ ਨੂੰ ਵੀ ਇੱਥੇ ਬੁਲਾ ਲਓ, ਹਨਾ, ਫਿਰ ਤੁਸੀਂ ਇੱਥੇ ਰਹੋਗੇ ਜਾਂ ਨਹੀਂ ਰਹੋਗੇ। ਅਗਰ ਇਹ ਕ੍ਰੋਸ ਕੋਚਿੰਗ ਹੁੰਦੀ ਆ, ਸੋ ਅਗਰ ਤੁਸੀਂ ਫਾਈਨੈਂਸ਼ੀਅਲ ਦੇ ਵਿੱਚ ਲਾਈਕ ਫਾਈਨੈਂਸ਼ੀਅਲ ਸਪੋਰਟਿੰਗ ਦੇ ਵਿੱਚ ਥੋੜਾ ਰੁਕ ਕੇ ਬੋਲਦੇ ਪਏ, ਸੋ ਤੁਹਾਨੂੰ ਕ੍ਰੋਸ ਕੋਚਿੰਗ ਇੱਦਾਂ ਦੀ ਹੋਣ ਲੱਗ ਪੈਣੀ ਆ ਕਿ ਤੁਸੀਂ ਕੰਮ ਕਰੋਗੇ। ਜੇਕਰ ਤੁਸੀਂ ਤੁਹਾਡੀ ਫੈਮਿਲੀ ਨੂੰ ਅਸੀਂ ਇੱਥੇ ਜਰਮਨੀ ਆਉਣ ਦਾ ਮੌਕਾ ਮਿਲ ਜਾਵੇ, ਫਿਰ ਤੁਸੀਂ ਉੱਥੇ ਪੱਕੇ ਰਹੋਗੇ। ਸੋ ਤੁਸੀਂ ਇਹ ਨਹੀਂ ਮੰਨਣਾ ਹੈਗਾ ਕਿ ਅਸੀਂ ਇੱਥੇ ਪੱਕੇ ਰਹਿਣਾ, ਹਨਾ। ਸੋ ਤੁਸੀਂ ਲਾਈਕ ਇਹ ਕਹਿ ਸਕਦੇ ਆ ਕਿ ਜਿਹੜੀ ਮੇਰੀ ਫੈਮਿਲੀ ਆ, ਸੋ ਮੈਂ ਲਾਈਕ ਮੈਂ ਪੜ੍ਹਿਆ ਹੋਇਆ ਆ, ਮੈਂ ਹਨਾ ਐਜੂਕੇਟ ਆ, ਸੋ ਮੈਨੂੰ ਮੈਂ ਇੰਗਲਿਸ਼ ਦੇ ਵਿੱਚ ਥੋੜਾ ਸਰਵਾਈਵ ਕਰ ਸਕਦਾ। ਬਟ ਜਿਹੜੀ ਮੇਰੀ ਫੈਮਿਲੀ ਆ ਉਹ ਇੰਗਲਿਸ਼ ਵੀ ਨਹੀਂ ਬੋਲਣੀ ਆਉਂਦੀ, ਹਨਾ, ਉਹਨਾਂ ਨੂੰ ਜਾਂ ਅੰਡਰਸਟੈਂਡ ਨਹੀਂ ਕਰਦੇ, ਸੋ ਉਹ ਹਨਾ ਇੱਥੇ ਸਰਵਾਈਵ ਨਹੀਂ ਕਰ ਸਕਦੇ। ਸੋ ਸਾਡਾ ਲਾਈਕ ਬਿਜ਼ਨਸ ਵੀ ਆ ਇੰਡੀਆ ਦੇ ਵਿੱਚ, ਅਸੀਂ ਨਹੀਂ ਰਹਿ ਸਕਦੇ, ਹਨਾ। ਸੋ ਮੈਂ ਆਪਣੀ ਫੈਮਿਲੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਚੀਜ਼ਾਂ ਦੱਸ ਸਕਦੇ ਆ ਤੁਸੀਂ। ਸੋ ਨੈਕਸਟ ਆਪਾਂ ਗੱਲ ਕਰੀਏ, ਸੋ ਇਹ ਕ੍ਰੋਸ ਕੋਚਿੰਗ ਤੁਸੀਂ ਨਾ ਹੀ ਕਰਨ ਦਾ ਮੌਕਾ ਦਿਓ। ਸੋ ਜਿਹੜਾ ਵੀ ਤੁਹਾਡਾ ਡਾਕੂਮੈਂਟ ਲੱਗਾ ਆ, ਜੋ ਵੀ ਡਾਕੂਮੈਂਟ ਲੱਗਾ, ਡਾਕੂਮੈਂਟ ਦੇ ਅਕੋਰਡਿੰਗ ਹੀ ਐਗਜ਼ੈਕਟ ਤੁਹਾਡੇ ਆਨਸਰ ਹੋਣੇ ਚਾਹੀਦੇ ਨੇ, ਹਨਾ। ਸੋ ਸਮ ਟਾਈਮ ਜਿਹੜੀ ਤੁਹਾਨੂੰ ਲਾਈਕ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਹੈ, ਸੋ ਆਫਟਰ ਵੀਜ਼ਾ ਜਦੋਂ ਤੁਸੀਂ ਜਰਮਨੀ ਆ ਜਾਂਦੇ ਆ, ਸੋ 에ਅਰਪੋਰਟ ਤੇ ਵੀ ਤੁਹਾਨੂੰ ਲਾਈਕ ਇਹ ਪੁੱਛ ਸਕਦੇ ਆ ਇਮੀਗ੍ਰੇਸ਼ਨ ਵਾਲੇ ਕਿ ਤੁਸੀਂ ਇੱਥੇ ਕਿਹੜੇ ਵੀਜ਼ੇ ਤੇ ਆਏ ਆ, ਕਿਹੜੀ ਤੁਹਾਡੀ ਯੂਨੀਵਰਸਿਟੀ ਆ, ਤੁਸੀਂ ਇੱਥੇ ਉੱਥੇ ਜਾ ਕੇ ਰਹਿਣਾ ਕਿੱਥੇ ਆ, ਹਨਾ। ਸੋ ਅਕਮੋਡੇਸ਼ਨ ਦੇ ਲਈ ਵੀ ਤੁਸੀਂ ਲਾਈਕ ਜ਼ਰੂਰ ਆਪਣਾ ਦੱਸੋ, ਹਨਾ, ਕਿ ਆਪਣਾ ਰਿਮੈਂਬਰ ਕਰੋ ਕਿ ਤੁਸੀਂ ਕਿਹੜਾ ਐਡਰੈਸ ਦੱਸਣਾ ਆ। ਲਾਈਕ ਅਗਰ ਤੁਹਾਨੂੰ ਕੋਈ ਵੀ ਅਕਮੋਡੇਸ਼ਨ ਨਹੀਂ ਆਪਣੀ ਪਤਾ ਹੈਗੀ ਨਾ, ਸੋ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਆ ਕਿ ਕਿੱਦਾਂ ਅਕਮੋਡੇਸ਼ਨ ਲੱਭਣੀ Airbnb ਏਜੰਸੀਜ਼ ਤੋਂ, ਹਨਾ। ਸੋ ਅਗਰ ਤੁਹਾਡਾ ਕੋਈ ਵੀ ਨਹੀਂ ਰਹਿੰਦਾ ਇੱਥੇ ਜਰਮਨੀ ਵਿੱਚ, ਸੋ ਅਕਮੋਡੇਸ਼ਨ ਕਿੱਦਾਂ ਲੱਭਣੀ, ਹਨਾ। ਸੋ ਅਕਮੋਡੇਸ਼ਨ ਦਾ ਐਡਰੈਸ ਵੀ ਜਿਹੜਾ ਤੁਹਾਨੂੰ ਆਉਣਾ ਚਾਹੀਦਾ ਆ, ਤੁਹਾਨੂੰ ਯਾਦ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਇੰਟਰਵਿਊ 'ਚ ਇਹ ਪੁੱਛ ਸਕਦੇ ਆ ਕਿ ਤੁਸੀਂ ਉੱਥੇ ਜਾ ਕੇ ਰਹਿਣਾ ਕਿੱਥੇ ਆ, ਹਨਾ। ਸੋ ਤੁਹਾਨੂੰ ਕੌਣ ਸਪੋਰਟ ਕਰ ਰਿਹਾ ਆ ਉੱਥੇ, ਤੁਹਾਨੂੰ ਕੌਣ ਸਪੋਰਟ ਕਰੂਗਾ, ਤੁਹਾਨੂੰ 에ਅਰਪੋਰਟ ਤੋਂ ਕੌਣ ਲੈਣ ਆਊਗਾ, ਸੋ ਤੁਸੀਂ ਕਿੱਥੇ ਜਾਣਾ ਆ। ਸੋ ਯੂਨੀਵਰਸਿਟੀ ਜਿਹੜੀ ਆ ਉਹ ਤੁਹਾਨੂੰ ਅਕਮੋਡੇਸ਼ਨ ਪ੍ਰੋਵਾਈਡ ਕਰਦੀ ਆ, ਹੋਸਟਲ ਦਿੰਦੀ ਆ। ਸੋ ਬਹੁਤ ਸਾਰੇ ਕੁਐਸਚਨ ਹੋ ਜਾਂਦੇ ਜਦੋਂ ਕ੍ਰੋਸ ਕੋਚਿੰਗ ਹੋਣ ਲੱਗ ਜਾਵੇ, ਹਨਾ। ਸੋ ਅਗਰ ਤੁਹਾਡੀ ਗੱਲ ਕਰੀਏ, ਅਗਰ ਆਪਾਂ ਸਟੂਡੈਂਟ ਵੀਜ਼ੇ ਤੇ ਇੰਟਰਵਿਊ ਆਫਟਰ ਇੰਟਰਵਿਊ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਜਿਹੜਾ ਰਿਜ਼ਲਟ ਆ ਜਾਂਦਾ, ਸੋ ਕਿੰਨੇ ਦਿਨਾਂ ਬਾਅਦ ਤੁਹਾਡਾ ਵੀਜ਼ਾ ਆ ਜਾਂਦਾ। ਸੋ ਫਾਈਲ ਸਬਮਿਸ਼ਨ ਤੋਂ ਬਾਅਦ ਦੀ ਗੱਲ ਕਰੀਏ, ਸੋ ਵਿਦਿਨ 1 to 2 ਮੰਥ ਦੇ ਵਿੱਚ ਜਿਹੜਾ ਤੁਹਾਡਾ ਉਹ ਵੀਜ਼ਾ ਆ ਜਾਂਦਾ ਆ। ਸੋ ਪਹਿਲਾਂ ਜਿਹੜਾ ਤੁਹਾਨੂੰ ਉਹਨਾਂ ਨੇ ਪਾਸਪੋਰਟ ਦੇ ਲਈ ਰਿਕੁਐਸਟ ਪਾਉਣੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਗ੍ਰਾਂਟ ਹੋ ਗਿਆ, ਤੁਸੀਂ ਪਾਸਪੋਰਟ ਸਬਮਿਟ ਕਰਵਾ ਦਿਓ। ਜਿਹੜਾ ਪਾਸਪੋਰਟ ਹੈ ਉਹ ਤੁਹਾਡੇ ਤੋਂ 5 ਤੋਂ 10 ਦਿਨ ਦੇ ਵਿੱਚ ਆ ਜਾਂਦਾ। ਸੋ ਉਦੋਂ ਤੁਸੀਂ ਜਦੋਂ ਪਾਸਪੋਰਟ ਦੇਣ ਜਾਣਾ, ਸੋ ਪਾਸਪੋਰਟ ਦੇ ਨਾਲ ਹੀ ਤੁਸੀਂ ਆਪਣੀ ਜਿਹੜੀ ਡੰਮੀ ਟਿਕਟ ਜ਼ਰੂਰ ਲਗਵਾ ਦਿਓ, ਜਾਂ ਤੁਸੀਂ ਫਾਈਨਲੀ ਟਿਕਟ ਲਗਾ ਸਕਦੇ ਆ ਕਿ ਮੈਂ ਇੰਨੀ ਤਰੀਕ ਨੂੰ ਜਾਣਾ ਚਾਹੁੰਦਾ ਕਿਉਂਕਿ ਮੇਰਾ ਕੋਰਸ ਜਿਹੜਾ ਉਹ ਸ਼ੁਰੂ ਹੋ ਗਿਆ, ਹਨਾ। ਸੋ ਤੁਸੀਂ ਜਦੋਂ ਟਿਕਟ ਦੇਤੀ, ਹਨਾ, ਫਿਰ ਉਸ ਹਿਸਾਬ ਨਾਲ ਜਿਹੜਾ ਤੁਹਾਡਾ ਵੀਜ਼ਾ ਜਿਹੜਾ ਉਹ ਗ੍ਰਾਂਟ ਕਰਦੇ ਆ, ਹਨਾ। ਸੋ ਲਾਈਕ ਅਗਰ ਤੁਸੀਂ ਟਿਕਟ ਦੇਤੀ 7 ਦਸੰਬਰ ਦੀ ਜਾਂ 8 ਦਸੰਬਰ ਦੀ, ਸੋ ਉਹ ਹਨਾ ਮਤਲਬ ਕਿ 5 ਤੋਂ 4 ਦਸੰਬਰ ਨੂੰ ਵਿੱਚ ਹੀ ਤੁਹਾਡਾ ਵੀਜ਼ਾ ਜਿਹੜਾ ਇਸ਼ੂ ਕਰ ਦਿਓਗੇ। ਤੁਸੀਂ ਨਹੀਂ ਟਿਕਟ ਦੇਣੇ, ਸੋ ਜਿਹੜੇ ਉਹ ਤੁਹਾਡਾ ਵੀਜ਼ਾ ਹੈ ਉਹ ਥੋੜਾ ਵਧਾ ਦੇਣਗੇ, ਲਾਈਕ ਉਹਨਾਂ ਨੇ 25 ਦਸੰਬਰ ਜਾਂ 30 ਦਸੰਬਰ ਦਾ ਕਰ ਦੇਣਾ, ਹਨਾ। ਅਗਰ ਤੁਹਾਡਾ ਕੋਰਸ ਸ਼ੁਰੂ ਹੋ ਗਿਆ ਤਾਂ ਜਲਦੀ ਤੋਂ ਜਲਦੀ ਜਦੋਂ ਤੁਹਾਡਾ ਵੀਜ਼ਾ ਜਿਹੜਾ ਸਟੈਂਪ ਹੋ ਜਾਂਦਾ ਜਲਦੀ ਆਉਣ ਦੀ ਕੋਸ਼ਿਸ਼ ਕਰੋ। ਸੋ ਇਹ ਸੀ ਜੀ ਇੰਟਰਵਿਊ ਸੈਕਸ਼ਨ। ਸੋ ਇੰਟਰਵਿਊ ਸੈਕਸ਼ਨ ਦੇ ਵਿੱਚ ਹੋਰ ਕੋਈ ਵੀ ਕੁਐਸਚਨਿੰਗ ਲਾਈਕ ਤੁਹਾਡੀ ਕੋਈ ਵੀ ਕੁਐਰੀ ਹੋਵੇ, ਕੋਈ ਵੀ ਕੁਐਸਚਨ ਹੋਵੇ, ਸੋ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਆ। ਸੋ ਆਪਾਂ ਐਡ ਆਨ ਕਰ ਦਾਂਗੇ ਅਗਲੀ ਵੀਡੀਓ ਦੇ ਵਿੱਚ। ਔਰ ਥੈਂਕ ਯੂ ਫॉर ਵਾਚਿੰਗ ਸਟੂਡੈਂਟ ਇਨ ਜਰਮਨੀ। ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ। ਲਾਈਕ ਇਹ ਰਿਕੁਐਸਟ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ, ਜਦੋਂ ਮੈਂ ਵੀ ਲਾਈਕ ਆਉਣਾ ਸੀ ਜਰਮਨੀ ਦੇ ਵਿੱਚ, ਸੋ ਮੈਂ ਖੁਦ ਵੀ ਇਹੀ ਸਰਚ ਕਰਦਾ ਸੀ ਕਿ ਇੰਟਰਵਿਊ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾਂਦੇ ਆ, ਕਿਹੜੇ ਕੁਐਸਚਨ ਪੁੱਛੇ ਜਾਂਦੇ, ਕੀ ਉਹਨਾਂ ਦੇ ਆਨਸਰਸ ਦੇਣੇ ਹੁੰਦੇ ਆ। ਸੋ ਬਹੁਤ ਸਾਰੇ ਕੁਐਸਚਨ ਹੁੰਦੇ, ਸੋ ਆਲਮੋਸਟ ਮੈਂ ਕਲੀਅਰ ਕਰ ਹੀ ਚੁੱਕਾ ਆ, ਸਾਰੇ ਕਵਰ ਕਰ ਹੀ ਦਿੱਤੇ ਆ। ਬਟ ਅਗਰ ਫਿਰ ਵੀ ਕੋਈ ਰਹਿ ਗਿਆ ਹੋਵੇ, ਸੋ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਆ। ਸੋ ਥੈਂਕ ਯੂ ਫॉर ਵਾਚਿੰਗ ਸਟੂਡੈਂਟ ਇਨ ਜਰਮਨੀ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਬਾਏ।